हाँ जी बच्चे, फर्स्ट चैप्टर है बेसिक आइडियाज़ ऑफ स्टैटिकल फिजिक्स। स्टैटिकल फिजिक्स इज़ अ ब्रांच ऑफ फिजिक्स दैट डील्स विद द स्टडी ऑफ फिजिकल behavior of an assembly of large number of particles using the concept of statics। ਆਪਣੇ ਕੋਲੇ ਕੀ ਹੈ, ਲਾਰਜ ਨੰਬਰ ਆਫ ਪਾਰਟੀਕਲਸ ਦੀ ਇੱਕ ਅਸੈਂਬਲੀ ਹੈ। ਅਗਰ ਉਸ ਦੀ ਆਪਾਂ ਫਿਜ਼ੀਕਲ ਬਿਹੇਵੀਅਰ ਨੂੰ ਸਟੱਡੀ ਕਰਨਾ ਹੈ ਤਾਂ ਆਪਾਂ ਕਿਹੜੀ ਬ੍ਰਾਂਚ ਦੇ ਅੰਡਰ ਕਰਾਂਗੇ? ਸਟੈਟਿਕਲ ਫਿਜ਼ਿਕਸ ਦੇ ਬ੍ਰਾਂਚ ਦੇ ਅੰਡਰ। ਪਾਰਟੀਕਲਸ ਮੇ ਬੀ ਮੋਲੀਕੂਲ, ਜਿਹੜੇ ਆਪਾਂ ਪਾਰਟੀਕਲਸ ਕਹਿ ਰਹੇ ਹਾਂ ਅਸੈਂਬਲੀ ਆਫ ਲਾਰਜ ਨੰਬਰ ਆਫ ਪਾਰਟੀਕਲਸ ਆਪਣੇ ਕੋਲੇ ਮੋਲੀਕੂਲਸ ਹੋ ਸਕਦੇ ਆ, ਐਟਮ, ਨਿਊਟਰਨ, ਪ੍ਰੋਟੋਨ, ਇਲੈਕਟ੍ਰੋਨ ਔਰ ਫੋਟਨਸ। ਉਸ ਤੋਂ ਬਾਅਦ ਹੈਗਾ ਆਪਣੇ ਕੋਲੇ ਸਟੈਟਿਕਸ। ਕੀ ਹੈ ਸਟੈਟਿਕਸ? ਦਾ ਸਾਇੰਸ ਆਫ ਕਲੈਕਸ਼ਨ, ਕਲਾਸੀਫਿਕੇਸ਼ਨ, ਪ੍ਰੈਜੈਂਟੇਸ਼ਨ, ਐਨਾਲਿਸਿਸ ਐਂਡ ਇੰਟਰਪ੍ਰੀਟੇਸ਼ਨ ਆਫ ਦ ਨਿਊਮੈਰੀਕਲ ਡਾਟਾ। ਨਿਊਮੈਰੀਕਲ ਡਾਟਾ ਉਸ ਦੀ ਕਲੈਕਸ਼ਨ, ਕਲਾਸੀਫਿਕੇਸ਼ਨ ਕੀ ਹੈ, ਕਿਵੇਂ ਆਪਾਂ ਪ੍ਰੈਜੈਂਟ ਕਰ ਸਕਦੇ ਹਾਂ, ਕਿਵੇਂ ਆਪਾਂ ਐਨਾਲਾਈਜ਼ ਕਰ ਸਕਦੇ ਹਾਂ ਉਸ ਨੂੰ, ਉਹ ਸਾਰਾ ਆਪਣੇ ਕੋਲੇ ਕਿਸ ਦੇ ਅੰਡਰ ਸਟੱਡੀ ਕਰਦੇ ਹਾਂ ਆਪਾਂ? ਸਟੈਟਿਕਸ ਦੇ ਅੰਡਰ। ਹੁਣ ਸਪੋਜ਼ ਆਪਣੇ ਕੋਲੇ ਕੋਈ ਵੀ ਫਿਜ਼ੀਕਲ ਫਿਨੋਮੀਨਾ ਆਪਾਂ ਉਸ ਨੂੰ ਕੀ ਕਰਨਾ? ਐਨਾਲਾਈਜ਼ ਕਰਨਾ। ਐਨਾਲਾਈਜ਼ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ? ਪੋਰਸ਼ਨ ਆਫ ਮੈਟਰ ਸੈਪਰੇਟ ਕਰਾਂਗੇ ਰੈਸਟ ਆਫ ਦਾ ਯੂਨੀਵਰਸ ਦੇ ਨਾਲੋਂ ਆਪਣੇ ਕੋਲੇ ਕੋਈ ਵੀ ਪੋਰਸ਼ਨ ਹੈਗਾ ਮੈਟਰ ਦਾ, ਉਸ ਨੂੰ ਆਪਾਂ ਨੂੰ ਸੈਪਰੇਟ ਕਰਾਂਗੇ। ਜਿਹੜਾ ਪੋਰਸ਼ਨ ਆਪਣੇ ਕੋਲੇ ਸੈਪਰੇਟ ਹੋਇਆ ਉਸ ਨੂੰ ਆਪਾਂ ਕਹਾਂਗੇ ਸਿਸਟਮ, ਅਤੇ ਰੈਸਟ ਆਫ ਦਾ ਯੂਨੀਵਰਸ, ਜਿਹੜਾ ਯੂਨੀਵਰਸ ਦੇ ਵਿੱਚ ਰਹਿ ਗਿਆ ਸਿਸਟਮ ਤੋਂ ਇਲਾਵਾ, ਉਹ ਹੈਗਾ ਆਪਣੇ ਕੋਲੇ ਇਨਵਾਇਰਮੈਂਟ। The system study with the help of statical physics consist of large number of particles। ਜਿਹੜੇ ਸਿਸਟਮ ਦੀ ਆਪਾਂ ਸਟੱਡੀ ਕਰਾਂਗੇ ਸਟੈਟਿਕਲ ਫਿਜ਼ਿਕਸ ਦੇ ਅੰਡਰ, ਉਹ ਕੀ ਹੈ? ਕੰਸਿਸਟ ਕਰਨਾ ਚਾਹੀਦਾ ਲਾਰਜ ਨੰਬਰ ਆਫ ਪਾਰਟੀਕਲ ਉਸ ਦੇ ਵਿੱਚ ਹੋਣੇ ਚਾਹੀਦੇ ਹੈ। ਹੁਣ ਆਪਣੇ ਕੋਲੇ ਨੇਚਰ ਹੈਗਾ ਜਿਹੜਾ ਪਾਰਟੀਕਲਸ ਆ, ਠੀਕ ਹੈ, ਉਹ ਡਿਪੈਂਡ ਕਿਤੇ ਕਰਦਾ ਨੇਚਰ ਆਫ ਪਾਰਟੀਕਲਸ ਆ। ਕੌਨਸਟੀਟਿਊਟਿੰਗ ਦਾ ਸਿਸਟਮ ਵੀ ਹੈਵ ਟੂ ਟਾਈਪ ਆਫ ਸਟੈਟਿਕਸ ਆਪਣੇ ਕੋਲੇ ਦੋ ਟਾਈਪਸ ਦੀ ਹੋ ਸਕਦੀ ਹੈ, ਕਲਾਸੀਕਲ ਐਂਡ ਕੁਆਂਟਮ ਸਟੈਟਿਕਸ। ਉਸ ਤੋਂ ਬਾਅਦ ਨੈਕਸਟ ਹੈਗਾ ਪ੍ਰੋਬਾਬਿਲਿਟੀ ਕੀ ਹੈ? ਲੈਪਲੇਸ ਨੇ ਇੱਕ ਟਰਮ ਡਿਫਾਈਨ ਕੀਤੀ ਹੈ ਪ੍ਰੋਬਾਬਿਲਿਟੀ, ਅਤੇ ਪ੍ਰੋਬਾਬਿਲਿਟੀ ਦੀ ਡੈਫੀਨੇਸ਼ਨ ਹੈ ਇਜ਼ ਦਾ ਰੇਸ਼ੀਓ ਆਫ ਫੇਵਰੇਬਲ ਕੇਸਿਸ ਟੂ ਦਾ ਟੋਟਲ ਨੰਬਰ ਆਫ ਇਕੁਅਲੀ ਲਾਈਕ ਕੇਸਿਸ। ਫੇਵਰੇਬਲ ਕੇਸਿਸ ਅਤੇ ਟੋਟਲ ਨੰਬਰ ਆਫ ਜਿਹੜੇ ਇਕੁਅਲੀ ਲਾਈਕ ਕੇਸਿਸ ਹੈ, ਅਗਰ ਉਹਨਾਂ ਦੀ ਆਪਾਂ ਰੇਸ਼ੋ ਕਰ ਦਾਂਗੇ, ਉਹ ਕਿਸ ਦੇ ਇਕੁਅਲ ਹੈ? ਪ੍ਰੋਬਾਬਿਲਿਟੀ ਦੇ। ਸਪੋਜ਼ ਸਮੋਲ ਐਨ ਨਾਲ ਆਪਾਂ ਰਿਪਰਜੈਂਟ ਕਰ ਰਹੇ ਹਾਂ ਪ੍ਰੋਬੇਬਲ ਕੇਸਿਸ, ਅਤੇ ਟੋਟਲ ਕੈਪੀਟਲ ਐਨ ਹੈਗਾ ਟੋਟਲ ਨੰਬਰ ਆਫ ਇਕੁਅਲੀ ਲਾਈਕਲੀ ਕੇਸਿਸ। ਤਾਂ ਪ੍ਰੋਬੇਬਿਲਿਟੀ ਆਪਣੇ ਕੋਲੇ ਕੀ ਹੈ? ਸਮੋਲ ਐਨ ਅਪੋਨ ਕੈਪੀਟਲ ਐਨ, ਜਿਸ ਨੂੰ ਆਪਾਂ ਡਿਨੋਟ ਕਰ ਰਹੇ ਹਾਂ ਪੀ ਦੇ ਨਾਲ। ਹੁਣ ਪ੍ਰੋਬੇਬਿਲਿਟੀ ਆਪਣੇ ਕੋਲੇ ਦੋ ਟਾਈਪ ਵੀ ਹੋ ਸਕਦੀ ਹੈ। ਫਸਟ ਹੈਗੀ ਹੈ ਸਟੈਟਿਸਟਿਕਲ, ਅਤੇ ਸੈਕਿੰਡ ਹੈਗੀ ਆ ਪ੍ਰਿਓਰੀ ਪ੍ਰੋਬੇਬਿਲਿਟੀ। ਇਹਨਾਂ ਦੋਨਾਂ ਪ੍ਰੋਬੇਬਿਲਿਟੀਜ਼ ਨੂੰ ਡਿਫਾਈਨ ਕਰਨ ਤੋਂ ਪਹਿਲਾਂ ਆਪਣੇ ਕੋਲੇ ਕੁਛ ਟਰਮਸ ਹੈਗੇ ਆ, ਉਹ ਤੁਹਾਨੂੰ ਕੀ ਹੈ? ਪਤਾ ਹੋਣੀ ਚਾਹੀਦੀ ਹੈ। ਫਸਟ ਟਰਮ ਹੈਗੀ ਹੈ ਈਵੈਂਟ। ਦ ਸਟੱਡੀ ਆਫ ਫਿਨੋਮੀਨਾ ਅੰਡਰ ਅਰੇਂਜਡ ਕੰਡੀਸ਼ਨ ਇਜ਼ ਕਾਲਡ ਐਨ ਐਕਸਪੈਰੀਮੈਂਟ। ਕੋਈ ਵੀ ਫਿਨੋਮੀਨਾ ਜਦੋਂ ਆਪਾਂ ਸਟੱਡੀ ਕਰਾਂਗੇ ਅੰਡਰ ਅਰੇਂਜਡ ਕੰਡੀਸ਼ਨ ਦੇ ਵਿੱਚ, ਉਸ ਨੂੰ ਆਪਾਂ ਕੀ ਨਾਮ ਦੇ ਰਹੇ ਹਾਂ? ਐਕਸਪੈਰੀਮੈਂਟ। ਹੁਣ ਉਹ ਜਿਹੜੇ ਐਕਸਪੈਰੀਮੈਂਟ ਹੈ, ਉਸ ਦਾ ਕੁਛ ਨਾ ਕੁਛ ਆਪਣੇ ਕੋਲ ਆਊਟਕਮ ਆ ਰਹੀ ਹੈ, ਕੁਛ ਨਾ ਕੁਛ ਉਸ ਦਾ ਰਿਜ਼ਲਟ ਆ ਰਿਹਾ, ਉਸ ਨੂੰ ਆਪਾਂ ਕਹਾਂਗੇ ਈਵੈਂਟ। ਜਿਹੜੀ ਆਊਟਕਮ ਆ ਰਹੀ ਹੈ ਐਕਸਪੈਰੀਮੈਂਟ ਦੀ, ਜਾਂ ਰਿਜ਼ਲਟ ਫਾਈਂਡ ਆਊਟ ਹੋ ਰਿਹਾ ਐਕਸਪੈਰੀਮੈਂਟ ਤੋਂ, ਉਹ ਹੈਗਾ ਆਪਣੇ ਕੋਲ ਈਵੈਂਟ। ਫੋਰ ਐਗਜ਼ਾਮਪਲ, ਅਗਰ ਆਪਾਂ ਇੱਕ ਕੋਇਨ ਦੀ ਗੱਲ ਕਰੀਏ, ਕੋਇਨ ਨੂੰ ਆਪਾਂ ਟੌਸ ਕਰਾਂਗੇ, ਦੈਨ ਦੋ ਇਵੈਂਟਸ ਪੋਸੀਬਲ ਹੈ, ਦੋ ਰਿਜ਼ਲਟ ਆਪਣੇ ਕੋਲ ਪੋਸੀਬਲ ਹੈ। ਜਾਂ ਤਾਂ ਆਪਣੇ ਕੋਲ ਹੈਡ ਆ ਸਕਦਾ, ਜਾਂ ਟੇਲ ਆ ਸਕਦਾ। ਤਾਂ ਇਵੈਂਟਸ ਆਪਣੇ ਕੋਲ ਕਿੰਨੇ ਹੈਗੇ? 2 ਇਵੈਂਟਸ ਆਰ ਪੋਸੀਬਲ ਇਨ ਕੇਸ ਆਫ ਕੋਇਨ। ਅਗਰ ਆਪਾਂ ਗੱਲ ਕਰੀਏ ਡਾਈਸ ਦੀ, ਸਪੋਜ਼ 6 ਫੇਸਡ ਡਾਈਸ ਹੈ, ਉਸ ਨੂੰ ਆਪਾਂ ਅਗਰ ਟੌਸ ਕਰਾਂਗੇ, ਦੈਨ ਆਪਣੇ ਕੋਲੇ ਕੀ ਆ ਸਕਦਾ? 6 ਦੀਆਂ 6 ਫੇਸਿਸ ਦੇ ਵਿੱਚੋਂ ਕੋਈ ਵੀ ਆਪਣੇ ਕੋਲੇ ਫੇਸ ਆ ਸਕਦੇ। ਤਾਂ ਟੋਟਲ ਕਿੰਨੇ ਇਵੈਂਟ ਹੈਗੇ ਹੈ? 6। ਉਸ ਤੋਂ ਨੈਕਸਟ ਹੈਗਾ ਟਰਾਇਲ। ਦਾ ਪਰਫੋਰਮੈਂਸ ਆਫ ਐਨ ਐਕਸਪੈਰੀਮੈਂਟ ਇਜ਼ ਕਾਲਡ ਅ ਟਰਾਇਲ। ਜਿਹੜਾ ਆਪਾਂ ਐਕਸਪੈਰੀਮੈਂਟ ਪਰਫੋਰਮ ਕਰ ਰਹੇ ਹਾਂ ਉਸ ਨੂੰ ਕਹਿ ਰਹੇ ਹਾਂ ਟਰਾਇਲ। ਫੋਰ ਐਗਜ਼ਾਮਪਲ, ਕੋਇਨ ਨੂੰ ਆਪਾਂ ਟੌਸ ਕਰ ਰਹੇ ਹਾਂ, ਥਰੋਇੰਗ ਅ ਡਾਈਸ ਨੂੰ ਆਪਾਂ ਸੁੱਟ ਰਹੇ ਹਾਂ। ਉਸ ਤੋਂ ਬਾਅਦ ਹੈਗੀ ਆਪਣੇ ਕੋਲ ਸਟੈਟਿਸਟਿਕਲ ਪ੍ਰੋਬਾਬਿਲਿਟੀ। ਇਟ ਇਜ਼ ਡਿਫਾਈਨਡ ਐਜ਼ ਰੇਸ਼ੋ ਆਫ ਨੰਬਰ ਆਫ ਕੇਸਿਸ ਇਨ ਵਿਚ ਈਵੈਂਟ ਐਕਚੁਅਲੀ ਅਕਰਸ ਟੂ ਦਾ ਟੋਟਲ ਨੰਬਰ ਆਫ ਟਰਾਇਲਸ। ਜਿੰਨੇ ਨੰਬਰ ਆਫ ਕੇਸ ਇਨ ਵਿਚ ਈਵੈਂਟ ਐਕਚੁਅਲੀ ਜਿੰਨੇ ਨੰਬਰ ਆਫ ਕੇਸਿਸ 'ਤੇ ਆਪਣੇ ਕੋਲ ਆ ਰਹੇ ਹੈ, ਅਕਰ ਕਰ ਰਹੇ ਹੈ,
टू टोटल नंबर ऑफ ट्रायल्स, किन्ने वारी आपां परफॉर्म किया एक्सपैरीमेंट, उन्हां दी जिहड़ी रेशियो हैगी तुहाडे कोले स्टैटिस्टिकल प्रोबेबिलिटी। फॉर एग्जाम्पल आपां कॉइन नूं टॉस कर रहे हैं, टॉस किया आपां 1000 टाइम्स, 1000 टाइम टॉस किया। हुण सपोज हैड अपने कोले आ रहा है 515 टाइम्स, 515 टाइम्स अपने कोले की आ रहा है हैड शो हो रहा, मतलब इन्ने वाले अपने कोले ट्रायल आ गए, तो इसकी प्रोबेबिलिटी कितनी होएगी अपने कोले, जिन्ने आ रहे अपने कोले केस, जिन्ने इवेंट अकर कर रहे हैं टू टोटल नंबर ऑफ ट्रायल्स से, टोटल आप एक्सपेरीमेंट 1000 टाइम्स किया है तो 515 टाइम्स अपने कोले हैड शो हो रहा, तो स्टैटिकल प्रोबेबिलिटी की है 515 अपॉन 1000, तो यह आ जाऊगा 0.515 प्रोबेबिलिटी। अगर आप इस अनदर वे दे नाल डिफाइन करिए तो इसकी अनदर डेफिनेशन हैगी है रेशियो ऑफ द नंबर ऑफ फेवरेबल केसिस टू द टोटल नंबर ऑफ केसिस ऑबजर्व, जिन्ने अपने कोले फेवरेबल केसिस है तो जिन्ने आप केस ऑबजर्व कर रहे हैं टोटल, अगर उन्होंने आप रेशियो कर देंगे तो किस दे आ जाएगी स्टैटिकल प्रोबेबिलिटी दी। फॉर एग्जाम्पल अगर आप कॉइन है उसनूं टॉस किया 1000 टाइम्स, 1000 टाइम्स किया वन ट्रायल के अंडर, अगर अपने को 510 टाइम्स ठीक है हैड शो हो रही है तो स्टैटिकल प्रोबेबिलिटी की बन जाएगी 510 अपॉन 1000 इज इक्वल टू 0.510। स्टैटिकल प्रोबेबिलिटी आप डिटरमाइन कर सकते हैं एक्सपैरीमेंटली, इसे करके आप जी प्रोबेबिलिटी हैगी है एम्फीरिकल प्रोबेबिलिटी का नाम भी दे सकती है। नैक्सट हैगी अप्रियोरी प्रोबेबिलिटी, इट इज़ डिफाइंड एज अ रेशियो ऑफ नंबर ऑफ केसिस फेवरेबल टू द इवेंट टू द टोटल नंबर ऑफ इक्वली लाइक केसिस, जिन्ने फेवरेबल केसिस है तो जिन्ने अपने को टोटल नंबर ऑफ इक्वली लाइकली केसिस है अगर उन्होंने आप रेशियो कर देंगे तो हैगी आ प्रियोरी प्रोबेबिलिटी। फॉर एग्जाम्पल कॉइन नूं आपां टॉस किया, टॉस करन दे नाल अपने को दो केस पॉसीबल है, जां तां हैड आ सकता है जां अपने को टेल आ सकता है, तो हैड अप जिहड़ा इवेंट है उस दे लई प्रियोरी प्रोबेबिलिटी 1/2 है, टेल दे लई भी कितनी हैगी 1/2। एक आपां की है दो साइड्स है उसदे, टोटल नंबर ऑफ इक्वली लाइक केसिस किन्ने है 2, हैड जां टेल, एक टाइम तो अगर हैड आएगा तो अपने को 1/2, अगर टेल आएगा तो 1/2। डाइस के केस दे विच हुण अपने को 6 फेसिस है, 6 फेसिस जो आप उसनूं डाइस नूं थ्रो करांगे दैन एक फेस अपने को आ सकता है, तो प्रियोरी प्रोबेबिलिटी की हो गया 1/6। ये जी प्रियोरी प्रोबेबिलिटी है इंडिपेंडेंट है ट्रायल्स से, इट इज़ स्पैसीफाइड ऑन द बेसिस ऑफ अंडरस्टैंडिंग फीलिंग और वट इज़ नोन एज कॉमन सेंस। इस जी प्रियोरी प्रोबेबिलिटी है उसनूं आपां स्पैसीफाई कर सकते अंडरस्टैंडिंग दे नाल, फीलिंग और कॉमन सेंस दे नाल। नैक्सट हैगी आ रिलेशन बिटवीन स्टैटिकल एंड प्रियोरी प्रोबेबिलिटी। स्टैटिकल प्रोबेबिलिटी एंड प्रियोरी प्रोबेबिलिटी अपने को इक्वल कदों होणगे जदों नंबर ऑफ ट्रायल्स जिन्ने बारी आप एक्सपेरीमेंट किया है उसकी वैल्यू की इज़ वेरी वेरी लार्ज, नंबर ऑफ ट्रायल्स इज़ वेरी वेरी लार्ज दैन स्टैटिकल प्रोबेबिलिटी इज़ इक्वल्स टू प्रियोरी प्रोबेबिलिटी। फॉर एग्जाम्पल आप टॉस किया कोई भी कॉइन, कॉइन आप एक बारी टॉस किया, इट मे फॉल विद हैड अप, सपोज एस की है हैड आ गया अपने को, तो स्टैटिकल प्रोबेबिलिटी हैड इवेंट के लिए कितनी आएगी 1/1 इज इक्वल्स टू 1, टेल के लिए कितनी है 0/1 इज इक्वल्स टू 0। बट प्रियोरी प्रोबेबिलिटी इस केस के हमेशा ही की रहेगी हैड के लिए, हैड इवेंट लिए भी एंड टेल इवेंट लिए 1/2 और 0.5। हुण नैक्सट की है पहला आप एक बारी जो कॉइन है उसनूं टॉस किया, अगर आप जो कॉइन है उसनूं 500 टाइम्स 500 ट्रायल दे रहे हैं कॉइन दे, सपोज 260 टाइम्स अपने को हैड आ रही है तो 240 टाइम्स की है टेल आ रही है, तो स्टैटिकल प्रोबेबिलिटी हैड केस के लिए की बनेगी 260/500 इज इक्वल्स टू 0.520, टेल के लिए अपने को आई जा 240/500 इज इक्वल्स टू 0.480। बट प्रियोरी प्रोबेबिलिटी अगेन अपने को बोथ केसिस की आ रही है 0.5 मीनस 1/2। हुण ये वाली जड़ियाँ वैल्यूज़ है हैड और टेल के लिए ये अपने को नीयर इक्वल्स टू नीयर हैगियां ने प्रियोरी प्रोबेबिलिटी की वैल्यूज़ दे। आप यही कहा है जो अपने को जो नंबर ऑफ ट्रायल्स है उसकी वैल्यू लार्ज है दैन स्टैटिकल प्रोबेबिलिटी तो प्रियोरी प्रोबेबिलिटी इक्वल्स टू आ जाएंगे।
ਤਾਂ ਨੀਅਰਲੀ ਇਕੁਅਲ ਟੂ ਹੈਗੇ ਇਹ ਦੋਨੇ। अगर आप फिर की करिए नंबर ऑफ ट्रायल पहले आप 500 किए हुण आप 5000 कर देने 5000 दे विचों हैड दे इवेंट लिए अपने को आ रहा है 2520 ते टेल अपने को आ रहा है 2480 टाइम। तो स्टैटिकल प्रोबेबिलिटी हैड केस के लिए आ रही है 0.504, टेल केस के लिए आ रही है 0.496। अगेन अपने को जी प्रायोरी प्रोबेबिलिटी है फिर इस केस के कितनी आ जाएगी 0.5। दैट मीनस ए वाली स्टैटिकल प्रोबेबिलिटी हैड केस एंड टेल केस इन्हां दी वैल्यू अप्रोक्सीमेटली किस दे इक्वल आ रही है प्रायोरी प्रोबेबिलिटी दी। तो आप की कह सकते हैं भी जिहड़ा आपां फर्स्ट लाइन दे विच कीता सी स्टैटिकल प्रोबेबिलिटी एंड प्रायोरी प्रोबेबिलिटी इक्वल कदों होणगे जदों अपने को जिहड़े नंबर ऑफ ट्रायल्स है उन्हां दी वैल्यू वेरी वेरी लार्ज च आपां कह सकते हैं टेंड्स टू इनफिनिटी। नैक्सट है प्रिंसीपल ऑफ इक्वल अ प्रायोरी प्रोबेबिलिटी। The assumption of equal probability for the events that are equally likely to occur is called the principle of equal a priori probability। इस दे विच आपां जिहड़ी प्रिंसीपल है इस नूं यूज़ करदे हां to calculate the number of cases in which an event is likely to occur। आपां expected number of जिहड़े cases है उन्हां नूं कैलकुलेट करन दे लई इस जिहड़ा प्रिंसीपल उस नूं यूज़ करदे हां। फॉर एग्जाम्पल आपां जिहड़ा टॉस है एन कॉइनस है एन कॉइनस नूं आपां टॉस कीता है वी कैन एक्सपैक्ट 50% कॉइनस टू फॉल विद हैड अप। सपोज 50% जिहड़े कॉइन है वो फॉल हो रहे हैड अप दे नाल। दिस इज़ मोर ट्रू वैन वैल्यू ऑफ एन इज़ वेरी लार्ज। ये ट्रू कदों हो सकता है भी 50% अपने को हैड अप दे नाल फॉल हो रहे हैं वैन जदों एन है अपने को वेरी वेरी लार्ज है। ऑन द बेसिस ऑफ प्रिंसीपल ऑफ इक्वल अ प्रायोरी प्रोबेबिलिटी we can expect n by 2 coins to fall with the heads up। n by 2 50% अपने को की है हैड अप दे नाल है। तो जर्नल फॉर्म की है एक्सपैक्टेड नंबर ऑफ केसिस किन्ने नंबर ऑफ ट्रायल्स जिन्ने आप नंबर ऑफ ट्रायल्स कर रहे हैं इनटू प्रायोरी प्रोबेबिलिटी। नंबर ऑफ ट्रायल्स सपोज कैपिटल एन है प्रायोरी प्रोबेबिलिटी की है पी है तो ये किस दे इक्वल आ जाएगा एन इंटू पी दी। अगर अपने को नंबर ऑफ टाइम्स द इवेंट एक्चुअली अकर्स मे नॉट बी इक्वल टू एन पी। जिन्ने इवेंट अपने को एक्चुअली अकर हो सकते हैं या नहीं भी हो सकते। सपोज उसकी वैल्यू की है एन है एन वैल्यू है वो मे इक्वल टू हो भी सकती है इससे ते नहीं भी हो सकती। द परसेंटेज डिफरेंस बिटवीन द टू इन्ना एन ते एन पी का जोड़ा परसेंटेज डिफरेंस है उसनूं आपां की कहांगे परसेंटेज डेविएशन और फ्लक्चुएशन। इसनूं आपां डिफाइन करांगे एन दे विचों आ वाला जिहड़ा माइनस एन पी है इसनूं आपां माइनस करांगे ते डिवाइड करांगे एन पी दे नाल एक्सपैक्टेड नंबर ऑफ केसिस दे नाल इंटू 100। अगर आपां ए वाला जिहड़ा एन है ठीक है उसकी वैल्यू नूं इनक्रीज़ करांगे दैन परसेंटेज फ्लक्चुएशन या परसेंटेज डेविएशन अपने को की हो रही है डिक्रीज़ हो रही है। नैक्सट है म्यूचुअली एक्सक्लूसिव इवेंट्स। म्यूचुअली एक्सक्लूसिव इवेंट्स की है इट इज़ डिफाइंड एज सच इवेंट्स विच कांट अकर साइमल्टेनियसली। वो वाले इवेंट्स जेड़े की है साइमल्टेनियसली एक टाइम ते दोनों अकर नहीं कर सकते एवें दे जेड़े इवेंट उसनूं आपां कहांगे म्यूचुअली एक्सक्लूसिव इवेंट। फॉर एग्जाम्पल अपने कोल कोई कॉइन है कॉइन नूं जदों आपां टॉस करांगे टॉस करन दे नाल जां तां अपने कोल इवेंट आ सकदा है हैड अप दे लई जां इवेंट हो सकदा अपना टेल अप दे लई। बट एवें नहीं हो सकता भी सेम टाइम के उपर नाले तो अपने को हैड आ जे ते ना ही अपने को नाल ही की आ जे टेल आ जे। एक कोई केस एवें दा नहीं बन सकता जिस दे विच अपने को दोने इवेंट अकर होंदे है हैड अप दे लई टेल अप दे लई। एक ही केस ऑब्जर्व हो सकता है जां हैड दे लई जां टेल दे लई। दैट मीनस जिहड़े हैड अप ते टेल अप हैगे आ की है म्यूचुअली एक्सक्लूसिव इवेंट्स है मीनस एक टाइम ते दोनों अकर नहीं कर सकते एक ही अकर हो सकता एक टाइम के उपर। नैक्सट है इंडिपेंडेंट इवेंट्स। एन इवेंट ए इज़ सैड टू बी इंडिपेंडेंट ऑफ अनदर इवेंट बी। सपोज अपने को दो इवेंट है फर्स्ट है ए सैकेंड है बी। आपां ए नूं की इंडिपेंडेंट कदों कहांगे बी ते जदों द एक्चुअल हैपनिंग ऑफ बी डज नॉट इन्फ्लुएंस इन एनी डिग्री द प्रोबेबिलिटी ऑफ हैपनिंग ऑफ ई। जदों अपने को बी नूं आपां बी अपने को इवेंट हैपन होया वो वाला जिहड़ा बी है जदों होया
ਜਦੋਂ ਹੈਪਨ ਹੋਇਆ ਐਕਚੁਅਲ ਦੇ ਵਿੱਚ ਉਹ ਕੀ ਹੈ ਏ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਉਸ ਨੂੰ ਕਿਸੇ ਵੀ ਕਾਰਨ ਕਿ ਕੋਈ ਵੀ ਕੌਜ਼ ਕਾਰਨ ਇਸ ਨੂੰ ਇਫੈਕਟ ਨਹੀਂ ਕਰ ਰਹੀ ਹੈ, ਡਜ਼ ਨਾਟ ਇਨਫਲੂਐਂਸ, ਤਾਂ ਇਸ ਨੂੰ ਆਪਾਂ ਕਹਾਂਗੇ ਦੋਨਾਂ ਨੂੰ ਇੰਡੀਪੈਂਡੈਂਟ ਈਵੈਂਟਸ। ਫੋਰ ਐਗਜ਼ਾਮਪਲ ਆਪਣੇ ਕੋਲ ਕੋਈ ਵੀ 52 ਕਾਰਡਸ ਦਾ ਇੱਕ ਪੈਕ ਹੈ, ਆਪਾਂ ਉਸਦੇ ਵਿੱਚੋਂ ਕੀ ਹੈ ਇੱਕ ਕਾਰਡ ਚੱਕ ਲੈਣਾ, ਠੀਕ ਹੈ, ਆਪਾਂ ਇੱਕ ਕਾਰਡ ਹੈ ਜਿਹੜਾ ਉਸ ਦੇ ਵਿੱਚੋਂ ਡਰਾਅ ਕਰ ਲੈਣਾ। ਜਦੋਂ ਆਪਾਂ ਇੱਕ ਕਾਰਡ ਨੂੰ ਡਰਾਅ ਕੀਤਾ ਤਾਂ ਆਪਣੇ ਕੋਲ ਜਿਹੜੀ ਪ੍ਰੋਬੇਬਿਲਿਟੀ ਉਹ ਕਿੰਨੀ ਹੋ ਸਕਦੀ ਹੈ 4/52, ਠੀਕ ਹੈ। ਅਗਰ ਆਪਾਂ ਇਹੀ ਜਿਹੜਾ ਕਾਰਡ ਆਪਾਂ ਡਰਾਅ ਕੀਤਾ ਉਸ ਨੂੰ ਆਪਾਂ 52 ਕਾਰਡਸ ਦੇ ਵਿੱਚ ਕੀ ਹੈ ਫੇਰ ਰੱਖ ਦਈਏ, ਅਗਰ ਆਪਾਂ ਫਿਰ ਉਸ ਦੇ ਵਿੱਚੋਂ ਸੈਕਿੰਡ ਜਿਹੜਾ ਕਾਰਡ ਹੈ ਉਸ ਨੂੰ ਡਰਾਅ ਕਰਾਂਗੇ ਦੈਨ ਸੈਕਿੰਡ ਟਰਾਇਲ ਦੇ ਵਿੱਚ ਪ੍ਰੋਬੇਬਿਲਿਟੀ ਫਿਰ ਕਿੰਨੀ ਆ ਰਹੀ ਹੈ ਆਪਣੇ ਕੋਲ 4/52। ਮੀਨਸ ਜਦੋਂ ਆਪਾਂ ਕੀ ਹੈ ਸੈਕਿੰਡ ਇਹ ਵਾਲਾ ਕੇਸ ਕਰ ਰਹੇ ਹਾਂ, ਸੈਕਿੰਡ ਟਰਾਇਲ ਕਰ ਰਹੇ ਹਾਂ ਤਾਂ ਫਸਟ 'ਤੇ ਕੋਈ ਇਫੈਕਟ ਨਹੀਂ ਪੈ ਰਿਹਾ, ਦੈਟ ਮੀਨਸ ਦੋਨੇ ਇਵੈਂਟਸ ਆਪਸ ਦੇ ਵਿੱਚ ਕੀ ਹੈ ਇੰਡੀਪੈਂਡੈਂਟ ਹੈ। ਨੈਕਸਟ ਹੈਗਾ ਡਿਪੈਂਡੈਂਟ ਈਵੈਂਟਸ। ਕੋਈ ਵੀ ਈਵੈਂਟ ਨੂੰ ਆਪਾਂ ਡਿਪੈਂਡੈਂਟ ਕਦੋਂ ਕਹਾਂਗੇ ਜਦੋਂ ਜਦੋਂ ਹੈਪਨ ਹੋਏਗਾ, ਸਪੋਜ਼ ਏ ਅਤੇ ਬੀ ਆਪਣੇ ਕੋਲ ਦੋ ਈਵੈਂਟ ਹੈ, ਜਦੋਂ ਆਪਾਂ ਬੀ ਨੂੰ ਐਕਚੁਅਲ ਦੇ ਵਿੱਚ ਹੈਪਨ ਹੋਇਆ ਤਾਂ ਉਹ ਜਿਹੜੀ ਏ ਦੀ ਪ੍ਰੋਬੇਬਿਲਿਟੀ ਹੈ ਉਸ 'ਤੇ ਇਫੈਕਟ ਕਰ ਰਹੀ ਹੈ, ਇਹ ਹੈਗੇ ਡਿਪੈਂਡੈਂਟ ਈਵੈਂਟਸ। ਫੋਰ ਐਗਜ਼ਾਮਪਲ 52 ਕਾਰਡਸ ਦਾ ਕੋਈ ਵੀ ਪੈਕ ਹੈ ਆਪਣੇ ਕੋਲ, ਅਗਰ ਉਸ ਦੇ ਵਿੱਚ ਆਪਾਂ ਇੱਕ ਪੱਤਾ ਡਰਾਅ ਕਰ ਲਾਂਗੇ, ਠੀਕ ਹੈ, ਇੱਕ ਪੱਤਾ ਡਰਾਅ ਕੀਤਾ ਤਾਂ ਆਪਣੇ ਕੋਲ ਪ੍ਰੋਬੇਬਿਲਿਟੀ ਕੀ ਆ ਰਹੀ ਹੈ 4/52। ਅਗਰ ਆਪਾਂ ਕੀ ਹੈ ਜਿਹੜਾ ਪੱਤਾ ਆਪਾਂ ਡਰਾਅ ਕੀਤਾ, ਜਿਹੜਾ ਪੱਤਾ ਉਸਦੇ ਵਿੱਚੋਂ ਖਿੱਚਿਆ, ਅਗਰ ਆਪਾਂ ਉਸ ਦੇ ਵਿੱਚ ਨਹੀਂ ਪਾ ਰਹੇ ਉਹ ਕਾਰਡਸ ਪੈਕ ਆਫ ਕਾਰਡਸ ਦੇ ਵਿੱਚ, ਤਾਂ ਜਦੋਂ ਆਪਾਂ ਸੈਕਿੰਡ ਟਰਾਇਲ ਕਰਾਂਗੇ, ਠੀਕ ਹੈ, ਸੈਕਿੰਡ ਪੱਤਾ ਖਿੱਚਾਂਗੇ ਤਾਂ ਉਸਦੀ ਪ੍ਰੋਬੇਬਿਲਿਟੀ ਕਿੰਨੀ ਆ ਰਹੀ ਹੈ 3.51। ਹੁਣ ਜਦੋਂ ਆਪਾਂ ਸੈਕਿੰਡ ਵਾਲੀ ਈਵੈਂਟ ਹੈਪਨ ਹੋਇਆ ਐਕਚੁਅਲ ਦੇ ਵਿੱਚ ਤਾਂ ਫਸਟ ਵਾਲੇ ਨੂੰ ਕੀ ਕਰ ਰਿਹਾ ਇਫੈਕਟ ਕਰ ਰਿਹਾ, ਠੀਕ ਹੈ, ਤਾਂ ਇਹ ਕੀ ਹੋਣਗੇ ਆਪਸ 'ਚ ਡਿਪੈਂਡੈਂਟ ਈਵੈਂਟਸ। ਨੈਕਸਟ ਹੈਗੀ ਆ ਪ੍ਰੋਬੇਬਿਲਿਟੀ ਰਿਲੇਸ਼ਨ, ਦੈਟ ਇਜ਼ ਅ ਵੈਰੀ ਇੰਪੋਰਟੈਂਟ। ਫਸਟ ਥਿਓਰਮ ਹੈ ਐਡੀਸ਼ਨ ਥਿਓਰਮ। ਫॉर mutually exclusive event if probability of one event R is PR, ਦੋ ਆਪਣੇ ਕੋਲ ਮਿਊਚੁਅਲੀ ਐਕਸਕਲੂਸਿਵ ਈਵੈਂਟਸ ਹੋ ਸਕਦੇ, ਕਿੰਨੇ ਵੀ ਹੋ ਸਕਦੇ ਆ। ਸਪੋਜ਼ ਜਿਹੜਾ ਵਨ ਈਵੈਂਟ R ਹੈ ਉਸ ਦੇ ਲਈ ਪ੍ਰੋਬੇਬਿਲਿਟੀ ਹੈਗੀ ਹੈ PR, ਸੈਕਿੰਡ ਈਵੈਂਟ ਹੈਗਾ ਆਪਣੇ ਕੋਲ S, ਉਸ ਦੇ ਲਈ ਪ੍ਰੋਬੇਬਿਲਿਟੀ ਹੈਗੀ ਹੈ PS, ਦੈਨ ਪ੍ਰੋਬੇਬਿਲਿਟੀ ਆਫ ਐਕਰੈਂਸ ਆਫ ਆਈਦਰ R ਔਰ S, ਜਦੋਂ ਇਸ ਦੇ ਵਿੱਚ ਕੋਈ ਵੀ ਅਕਰ ਹੋ ਗਿਆ ਆਪਣੇ ਕੋਲ R ਜਾਂ S ਈਵੈਂਟ, ਉਸ ਦੇ ਲਈ ਪ੍ਰੋਬੇਬਿਲਿਟੀ ਕਿੰਨੀ ਹੈ PR ਪਲੱਸ PS, ਦੋਨਾਂ ਦਾ ਕੀ ਹੋ ਗਿਆ ਐਡੀਸ਼ਨ ਹੋ ਗਿਆ। ਸਪੋਜ਼ ਇਸ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਲਾਰਜ ਨੰਬਰ ਆਫ ਐਨੀ ਸਿਸਟਮ ਲੈ ਲਈ, ਐਕਸਪੈਰੀਮੈਂਟ ਔਨ ਐਨੀ ਸਿਸਟਮ ਕੈਨ ਲੈਡ ਟੂ ਐਨੀ ਆਫ ਦਾ ਮਿਊਚੁਅਲ ਐਕਸਕਲੂਸਿਵ ਈਵੈਂਟ। ਅਗਰ ਆਪਾਂ ਐਨ ਸਿਸਟਮ ਦੇ ਵਿੱਚ ਆਪਾਂ ਐਕਸਪੈਰੀਮੈਂਟ ਕੀਤਾ ਕਿਸੇ ਵੀ ਇੱਕ ਸਿਸਟਮ ਦੇ ਵਿੱਚ ਤਾਂ ਆਪਣੇ ਕੋਲ ਕੀ ਆ ਜਾਣਗੇ ਕੁਛ ਨਾ ਕੁਛ ਰਿਜ਼ਲਟ ਹੋਣੇ ਚਾਹੀਦੇ ਆ। ਸਪੋਜ਼ ਐਨ ਦੇ ਵਿੱਚੋਂ ਅਗਰ ਆਪਾਂ N1 ਸਿਸਟਮ 'ਤੇ ਐਕਸਪੈਰੀਮੈਂਟ ਕੀਤਾ ਤਾਂ ਆਪਣੇ ਕੋਲ ਰਿਜ਼ਲਟ ਸਪੋਜ਼ 1 ਆ ਰਿਹਾ, ਅਗਰ N2 'ਤੇ ਕੀਤਾ ਤਾਂ 2 ਰਿਜ਼ਲਟ ਆ ਗਿਆ। ਸਿਮਿਲਰਲੀ N ਸਿਸਟਮ 'ਤੇ ਕਰਾਂਗੇ ਤਾਂ ਆਪਣੇ ਕੋਲ ਰਿਜ਼ਲਟ ਆ ਕੀ ਆ ਰਿਹਾ N ਆ ਰਿਹਾ। ਹੁਣ ਜਿਹੜੀ N ਰਿਜ਼ਲਟ ਆਰ ਮਿਊਚੁਅਲੀ ਕੀ ਹੈ ਐਕਸਕਲੂਸਿਵ ਹੈ, ਤਾਂ ਕੈਪੀਟਲ N ਨੂੰ ਆਪਾਂ ਕੀ ਲਿਖ ਸਕਦੇ ਹਾਂ ਜਿਹੜੇ ਸਿਸਟਮ ਲਈ ਆਪਾਂ ਕੈਪੀਟਲ N1 ਪਲੱਸ N2 ਅਪ ਟੂ NN, ਆਹ ਵਾਲਾ ਜਿਹੜਾ ਸਿਸਟਮ ਹੈ ਕੰਪਲੀਟ ਉਸ ਦੇ ਵਿੱਚ ਇਹ ਵਾਲੇ ਸਿਸਟਮ ਹੈਗੇ ਆ। ਅਗਰ ਉਸ ਨੂੰ ਆਪਾਂ ਕੈਪੀਟਲ N ਦੇ ਨਾਲ ਡਿਵਾਈਡ ਕਰ ਦਿੱਤਾ ਕੀ ਬਣ ਜਾਏਗਾ N1 ਅਪੋਨ N ਪਲੱਸ N2 ਅਪੋਨ N, NI ਅਪੋਨ N ਪਲੱਸ NN ਅਪੋਨ ਇਕੁਅਲ ਟੂ 1 ਦੇ ਇਕੁਅਲ ਆ ਗਿਆ। N1 ਅਪੋਨ N ਕਿਸ ਦੇ ਇਕੁਅਲ ਹੈ P1 ਦੇ। ਸਿਮਿਲਰਲੀ ਇਹ ਵਾਲਾ P2, ਇਹ ਵਾਲਾ PI, ਇਹ ਵਾਲਾ PN ਇਜ਼ ਇਕੁਅਲ ਟੂ 1। ਇਸ ਦਾ ਮੀਨਸ ਕੀ ਹੋ ਗਿਆ ਇਹ ਵਾਲੀ ਲਾਈਨ ਦਾ ਮਤਲਬ ਸਮ ਆਫ ਆਲ ਪੋਸੀਬਲ ਪ੍ਰੋਬੇਬਿਲਿਟੀਜ਼, ਜਿੰਨੀਆਂ ਪ੍ਰੋਬੇਬਿਲਿਟੀਜ਼ ਆਪਣੇ ਕੋਲ ਪੋਸੀਬਲ ਹੈ ਉਹ ਕਿਸ ਦੇ ਇਕੁਅਲ ਹੈਗੇ 1 ਦੇ। ਇਹ ਵਾਲੀ ਜਿਹੜੀ ਕੰਡੀਸ਼ਨ ਹੈ ਉਸ ਨੂੰ ਆਪਾਂ ਕਹਾਂਗੇ ਨਾਰਮਲਾਈਜੇਸ਼ਨ ਕੰਡੀਸ਼ਨ। ਡਿਨੋਟ ਕਰ ਸਕਦੇ ਹਾਂ ਸਮੀਸ਼ਨ ਫਾਰਮ ਦੇ ਵਿੱਚ, ਸਮੀਸ਼ਨ I ਇਜ਼ ਇਕੁਅਲ ਟੂ 1 ਟੂ N PI ਇਜ਼ ਇਕੁਅਲ ਟੂ 1 ਆਊਟ ਆਫ N ਸਿਸਟਮ। ਸਪੋਜ਼ NR ਸਿਸਟਮ ਐਗਜ਼ੀਬਿਟ ਰਿਜ਼ਲਟ R, N ਸਿਸਟਮ ਦੇ ਵਿੱਚੋਂ NR ਸਿਸਟਮ ਹੈ ਜਿਹੜਾ ਉਸ ਦੇ ਵਿੱਚ ਰਿਜ਼ਲਟ ਕਿਹੜਾ ਆ ਰਿਹਾ ਆਪਣੇ ਕੋਲ R, NS ਦਾ ਕੀ ਆ ਰਿਹਾ ਤਾਂ S, PR ਔਰ S, R ਆ ਸਕਦਾ ਜਾਂ ਆਪਣੇ ਕੋਲ S ਆ ਸਕਦਾ, ਇਸ ਲਈ ਆਪਾਂ ਔਰ ਲਿਖਿਆ। NR ਪਲੱਸ NS ਅਪੋਨ N, ਇਸ ਨੂੰ ਆਪਾਂ ਡਿਵਾਈਡ ਕਰਕੇ ਲਿਖ ਲਾਂਗੇ NR ਅਪੋਨ R ਪਲੱਸ NS ਅਪੋਨ N। NR ਅਪੋਨ N ਕੀ ਹੈ PR ਦੇ ਇਕੁਅਲ ਹੈ ਅਤੇ NS ਅਪੋਨ N PS ਦੇ, ਦੋਨਾਂ ਦਾ ਐਡੀਸ਼ਨ ਹੋ ਗਿਆ। ਜਨਰਲ ਫਾਰਮ ਦੇ ਵਿੱਚ ਆਪਾਂ ਕੀ ਹੈ
1 ਔਰ 2 ਔਰ 3 ਇਹਨਾਂ ਦੇ ਵਿੱਚੋਂ ਕੋਈ ਵੀ ਰਿਜ਼ਲਟ ਆ ਸਕਦਾ ਅਪ ਟੂ n। ਉਹ ਕਿਸ ਦੇ ਇਕੁਅਲ ਹੈਗੇ ਆ, ਪ੍ਰੋਬੇਬਿਲਿਟੀਜ਼ ਦਾ ਸਮ P1 + P2 + Pn। ਇਹ ਹੈਗੀ ਸੀ ਐਡੀਸ਼ਨ ਥਿਓਰਮ। ਨੈਕਸਟ ਹੈਗੀ ਮਲਟੀਪਲੀਕੇਸ਼ਨ ਥਿਓਰਮ। ਇਫ ਦਾ ਪ੍ਰੋਬੇਬਿਲਿਟੀਜ਼ ਆਫ ਅਕਰੈਂਸ ਆਫ 2 ਇੰਡੀਪੈਂਡੈਂਟ ਈਵੈਂਟਸ, ਆਪਾਂ ਇਸ ਦੇ ਵਿੱਚ ਇੰਡੀਪੈਂਡੈਂਟ ਈਵੈਂਟਸ ਲੈ ਕੇ ਚੱਲਣੇ ਆ। ਅਗਰ ਫਸਟ ਇਵੈਂਟ ਦੀ ਪ੍ਰੋਬੇਬਿਲਿਟੀ ਹੈਗੀ ਹੈ PR, ਸੈਕਿੰਡ ਦੀ ਹੈਗੀ ਹੈ PS, ਦੈਨ ਪ੍ਰੋਬੇਬਿਲਿਟੀ ਆਫ ਅਕਰੈਂਸ ਆਫ ਬੋਥ ਦੈਮ, ਅਗਰ ਕੀ ਹੈ ਬੋਥ ਸਾਈਮਲਟੇਨੀਅਸਲੀ ਅਕਰ ਕਰ ਰਹੇ ਆ, ਉਸ ਦੀ ਪ੍ਰੋਬੇਬਿਲਿਟੀ ਹੈਗੀ ਆਪਣੇ ਕੋਲ PR × PS। ਕੰਸੀਡਰ N ਸਿਸਟਮ ਹੈ। N ਸਿਸਟਮ ਦੇ ਵਿੱਚੋਂ ਜਿਹੜਾ NR ਸਿਸਟਮ ਹੈ ਉਹ ਸ਼ੋ ਕਰ ਰਿਹਾ R ਇਵੈਂਟਸ ਨੂੰ, NS ਸਿਸਟਮ ਸ਼ੋ ਕਰ ਰਿਹਾ S ਇਵੈਂਟਸ ਨੂੰ। ਦੈਨ NRS be the number of system which show both the events। ਤਾਂ NRS ਐਵੇਂ ਦਾ ਸਿਸਟਮ ਹੈ ਜਿਹੜਾ R ਇਵੈਂਟ ਤੇ S ਇਵੈਂਟ ਨੂੰ ਵੀ ਕੀ ਹੈ ਸ਼ੋ ਕਰ ਰਿਹਾ ਸਾਈਮਲਟੇਨੀਅਸਲੀ। ਤਾਂ ਜੁਆਇੰਟ ਪ੍ਰੋਬੇਬਿਲਿਟੀ ਕੀ ਬਣ ਜਾਏਗੀ, PRS = NRS upon N, ਵੇਅਰ NRS = N ਇਸ ਦੇ ਪੈਰ ਦੇ ਵਿੱਚ ਹੈ PS। ਇਸ ਦੇ ਵਿੱਚ ਵੈਲਿਊਜ਼ ਪੁੱਟ ਕਰ ਦਾਂਗੇ ਤਾਂ PRS = ਕੀ ਬਣ ਜਾਏਗਾ, NRPS upon N = NR upon N ਕੀ ਹੈ PR × PS। ਇਹ ਹੈਗੀ ਆਪਣੀ ਮਲਟੀਪਲੀਕੇਸ਼ਨ ਥਿਓਰਮ